जेता समुंद सागर नीर भरिया, तेते अवगन हमारे। दया करहो किश मेहर उपावहो, डुबदे पत्थर तारे। दया करहो किश मेहर उपावहो, डुबदे पत्थर तारे। परम सत्कारयोग चबर छतर तख्त दे मालक, समुची मानवता दे रहबर सतगुरु गरीब निवाज श्री गुरु ग्रंथ साहिब जी, तिन्हां दी हजूरी दे अंदर सुभाएमान सतसंगी जनों वडभागे हाँ। रोजाना की तरह सतगुरु जी की मुबारक गोद अंदर बैठ के शहीद बाबा बंदा सिंह बहादुर जी के जीवन नूं इतिहास नूं विचारन का सुभाग समा प्राप्त होया है। सो कल आपां इतिहास नूं विचारिया सी। बंदा सिंह बहादुर सरहिंद दे उपर जित प्राप्त करता है। इत्थे ही बाबा बंदा सिंह बहादुर जी एक सिख राज दा सिक्का, एक मोहर जारी करता है। 1710 ईस्वी दे विच इसे ही जगह ते बाबा बंदा सिंह बहादुर जी का पहला ब्याह हुंदा है। शिवराम कपूर जो सियालकोट का रहन वाला है, इसकी लड़की साहिब कौर दे नाल। बहुत सारे मुसलमान वीर बाबा बंदा सिंह बहादुर जी तो प्रभावित होके सिखां दी करनी नूं वेख के खंडे की पहल प्राप्त करके सिख सज जाते हैं। अते जो जलालाबाद का एक हाकम है जलालुद्दीन, उसनों ये चंगा नहीं लगता कि उसदे मत दे लोग किसी होर मत नूं धारण कर रहे हैं। इस ईरखा दे विच वो दो मुसलमान वीर जिहड़े सिख बने हैं, नसरुद्दीन खंडे की पहल छक के नासर सिंह बने हैं, दीनदार खंडे की पहल छक के दीना सिंह बने हैं। इन्हां नूं गिरफ्तार कर लैंदा है अते इन्हां दे उपर जुल्म ढाउंदा है। इस जलालाबाद के मोहतबर लोग आके बंदा सिंह बहादुर नूं दसदे हन कि जिहड़े मुसलमान व्यक्तियां ने खंडे की पहल प्राप्त की है, जलालुद्दीन हाकम उन्हां नूं तसीहे दे रहा है, उन्हां दे उपर तसद्दद कर रहा है। असी भी उसदे जुल्म तो सताए हुए लोग हाँ। इन्हां गल्लां नूं सुन के बंदा सिंह बहादुर जलालाबाद ते हमला करदा है। जलालुद्दीन नूं सज़ा दित्ती जाती है। इत्थों दा मुखी नासर सिंह नूं बना दिता जाता है। इत्थे नेड़े ही एक बुढ़िया नगर है, उत्थे भी सिख हमला करते हैं, जित प्राप्त करते हैं। उत्थों का मुखी गुरबख्श सिंह बना दिता जाता है। इत्थों का एक काजी है शाह मुहम्मद,
ਜਿਸ ਨੇ ਬਹੁਤ ਜ਼ਿਆਦਾ ਪਾਪ ਕਮਾ ਕੇ ਧਨ ਦੌਲਤ ਨੂੰ ਇਕੱਠਿਆਂ ਕੀਤਾ ਹੋਇਆ, ਆਮ ਲੋਕਾਂ ਨੂੰ ਲੁੱਟਿਆ ਹੋਇਆ, ਆਪਣਾ ਘਰ ਭਰਿਆ ਹੋਇਆ ਧਨ ਦੌਲਤ ਦੇ ਨਾਲ, ਬਹੁਤ ਜ਼ਿਆਦਾ ਧਨ ਇਕੱਠਾ ਕੀਤਾ ਹੋਇਆ। ਜਦੋਂ ਸਿੱਖਾਂ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਹੈ ਤਾਂ ਸ਼ਾਹ ਮੁਹੰਮਦ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਜੋ ਇਸ ਨੇ ਜ਼ੁਲਮ ਕਰਕੇ ਧਨ ਦੌਲਤ ਇਕੱਠਾ ਕੀਤਾ ਉਹ ਵੀ ਸਿੱਖਾਂ ਦੇ ਹੱਥ ਆ ਜਾਂਦਾ ਹੈ। ਹੁਣ ਉਹ ਜੋ ਸਿੱਖ ਰਾਜ ਦਾ ਸਰਕਾਰੀ ਖਜ਼ਾਨਾ ਹੈ ਉਸ ਦੇ ਵਿੱਚ ਉਹ ਧਨ ਦੌਲਤ ਜਮ੍ਹਾਂ ਕਰਵਾਉਣਾ, ਪਰ ਜਿਹੜਾ ਮੁਖੀ ਗੁਰਬਖਸ਼ ਸਿੰਘ ਹੈ ਉਹ ਉਸ ਧਨ ਦੌਲਤ ਦੇ ਵਿੱਚੋਂ ਬਹੁਤ ਜ਼ਿਆਦਾ ਧਨ ਦੌਲਤ ਆਪਣੇ ਕੋਲ ਰੱਖ ਲੈਂਦਾ ਆਪਣੇ ਲਈ, ਤੇ ਕੁਝ ਕੁ ਧਨ ਦੌਲਤ ਦਾ ਹਿੱਸਾ ਸਿੱਖ ਰਾਜ ਦੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦਾ ਹੈ। ਇੱਕ ਉੱਥੋਂ ਦਾ ਸਿੱਖ ਹੈ ਜਿਹੜਾ ਗੁਰਬਖਸ਼ ਸਿੰਘ ਦੇ ਨਾਲ ਹੀ ਰਹਿੰਦਾ ਹੈ, ਮੀਹਾਂ ਸਿੰਘ, ਉਹ ਬੰਦਾ ਸਿੰਘ ਬਹਾਦਰ ਨੂੰ ਦੱਸਦਾ ਵੀ ਇਸ ਨੇ ਇਸ ਧਨ ਦੌਲਤ ਦੇ ਵਿੱਚੋਂ ਕੁਝ ਹਿੱਸਾ ਆਪਣੇ ਕੋਲ ਰੱਖ ਲਿਆ। ਗੁਰਬਖਸ਼ ਸਿੰਘ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ, ਉਸ ਨੂੰ ਸਮਝਾਇਆ ਵੀ ਜਾਂਦਾ, ਉਹਨੂੰ ਅਹੁਦੇ ਤੋਂ ਲਾਹ ਦਿੱਤਾ ਜਾਂਦਾ। ਇੱਕ ਮੈਂ ਹੋਰ ਬੇਨਤੀ ਕਰਾਂ, ਜਿਹੜਾ ਇਹ ਬੁੜੀਆ ਨਗਰ ਹੈ, ਜਦੋਂ ਇਸ 'ਤੇ ਹਮਲਾ ਕੀਤਾ ਹੈ ਇੱਕ ਗੁਲਾਬ ਸਿੰਘ ਨਾਮ ਦਾ ਸਿੱਖ ਬਹੁਤ ਜ਼ਿਆਦਾ ਬਹਾਦਰੀ ਦੇ ਨਾਲ ਲੜਿਆ, ਤੇ ਇਸ ਬੁੜੀਆ ਨਗਰ ਦਾ ਨਾਮ ਬਦਲ ਕੇ ਗੁਲਾਬ ਨਗਰ ਰੱਖਿਆ ਗਿਆ ਬੰਦਾ ਸਿੰਘ ਬਹਾਦਰ ਦੇ ਵੱਲੋਂ। ਵੀ ਗੁਲਾਬ ਸਿੰਘ ਬਹੁਤ ਬਹਾਦਰੀ ਨਾਲ ਲੜੇ ਆ, ਉਹਦੀ ਬਹਾਦਰੀ ਦੀ ਕਦਰ ਕਰਦੇ ਹਾਂ, ਤੇ ਇਸ ਨਗਰ ਦਾ ਨਾਮ ਗੁਲਾਬ ਨਗਰ ਰੱਖਿਆ ਗਿਆ। ਇੱਥੋਂ ਤੱਕ ਆਪਾਂ ਵਿਚਾਰ ਜੋ ਕੱਲ੍ਹ ਦੇ ਦੀਵਾਨ ਵਿੱਚ ਸਾਂਝੀ ਕੀਤੀ ਸੀ। ਸੋ ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਵਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੋਂ ਤੱਕ ਆਪਾਂ ਇਤਿਹਾਸ ਨੂੰ ਵਿਚਾਰਿਆ ਵੀ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਆਇਆ ਤੇ ਉਸਨੇ ਆ ਕੇ ਇਲਾਕੇ ਜਿੱਤੇ ਹਨ, ਕੋਈ ਵੀ ਜੰਗ ਹਾਰੀ ਨਹੀਂ। ਸੰਢੌਰੇ ਨੂੰ ਜਿੱਤਿਆ, ਕੁੰਚਪੁਰ ਨੂੰ ਜਿੱਤਿਆ, ਘੁੜਾਮ ਨੂੰ ਜਿੱਤਿਆ, ਕਪੂਰੀ ਨੂੰ ਜਿੱਤਿਆ, ਸ਼ਾਹਬਾਦ ਨੂੰ ਜਿੱਤਿਆ, ਸਰਹਿੰਦ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਹੈ, ਜਲਾਲਾਬਾਦ, ਬੁੜੀਆ, ਇਹ ਸਾਰੇ ਇਲਾਕੇ ਜਿੱਤੇ ਹੈ। 1710 ਈਸਵੀ ਤੱਕ, 1708 ਈਸਵੀ ਦੇ ਵਿੱਚ ਉਹ ਆਇਆ। 2 ਸਾਲਾਂ ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਸਾਰੇ ਇਲਾਕਿਆਂ 'ਤੇ ਜਿੱਤ ਪ੍ਰਾਪਤ ਕੀਤੀ, ਸਿੱਖ ਰਾਜ ਨੂੰ ਕਾਇਮ ਕਰ ਲਿਆ। ਹੁਣ ਜੇਕਰ ਵੇਖਿਆ ਜਾਵੇ ਅੱਜ ਤੱਕ ਦਿੱਲੀ ਤੋਂ ਕੋਈ ਵੀ ਫੌਜ ਹੈ ਉਹ ਬੰਦਾ ਸਿੰਘ ਬਹਾਦਰ ਦੇ ਵਿਰੋਧ ਵਿੱਚ ਲੜਨ ਦੇ ਲਈ ਨਹੀਂ ਆਈ। ਉਹਦਾ ਕਾਰਨ ਕੀ ਹੈ? ਬਹਾਦਰ ਸ਼ਾਹ ਜੋ ਦਿੱਲੀ ਦਾ ਬਾਦਸ਼ਾਹ ਹੈ, ਉਹਦੇ ਪਰਿਵਾਰ ਦੇ ਵਿੱਚੋਂ ਅਤੇ ਕੁਝ ਹੋਰ ਕਬੀਲੇ ਤੇ ਕੁਝ ਹੋਰ ਬਾਦਸ਼ਾਹ ਜਿਹੜੇ ਛੋਟੇ ਰਾਜੇ ਹਨ, ਉਹਨਾਂ ਨੇ ਬਹਾਦਰ ਸ਼ਾਹ ਦੇ ਵਿਰੁੱਧ ਬਗਾਵਤ ਕੀਤੀ ਹੋਈ ਹੈ। ਉਹ ਬਗਾਵਤ ਦਬਾਉਣ ਦੇ ਲਈ ਚਲਿਆ ਗਿਆ, ਅਜਮੇਰ ਵੱਲ ਨੂੰ ਗਿਆ ਹੋਇਆ। ਉਹ ਉੱਧਰ ਉਲਝਿਆ ਹੋਇਆ ਆਪਣੀ ਫੌਜ ਲੈ ਕੇ। ਜੇਕਰ ਵੇਖਿਆ ਜਾਵੇ ਹੁਣ ਇੰਡੀਆ ਕਿੰਨਾ ਵੱਡਾ ਦੇਸ਼ ਆਪਣਾ, ਦਿੱਲੀ ਦੇ ਵਿੱਚ ਬਾਦਸ਼ਾਹ ਬੈਠਦਾ। ਹੁਣ ਕਿਸੇ ਵੀ ਇਲਾਕੇ ਦੇ ਵਿੱਚ ਬਗਾਵਤ ਹੋ ਗਈ ਹੈ, ਉੱਥੇ ਜਾਣਾ ਪੈਂਦਾ ਦਿੱਲੀ ਦੇ ਬਾਦਸ਼ਾਹ ਨੂੰ ਫੌਜ ਲੈ ਕੇ, ਨਹੀਂ ਉਹਦੇ ਰਾਜ ਨੂੰ ਖਤਰਾ ਹੈ। ਹੁਣ ਉਹ ਉੱਥੇ ਉਲਝਿਆ ਹੋਇਆ ਅੱਜ ਤੱਕ। ਅਗਸਤ 1710 ਈਸਵੀ ਤੱਕ 2 ਅਖਬਾਰ ਉਸ ਸਮੇਂ ਦੇ ਛਪਦੇ ਹੈ, ਦਰਬਾਰੇ ਸਰਕਾਰੇ ਤੇ ਦਰਬਾਰੇ ਮੁਅੱਲਾ। ਇਹ 2 ਉਸ ਸਮੇਂ ਦੇ ਸਰਕਾਰੀ ਅਖਬਾਰ ਹੈ।
ਤੇ ਇਹਨਾਂ ਨੂੰ ਸਰਕਾਰੀ ਦਰਬਾਰੇ ਪੜ੍ਹਿਆ ਜਾਂਦਾ ਹੈ। ਆਮ ਅੱਜ ਦੀ ਤਰ੍ਹਾਂ ਅਖਬਾਰ ਨਹੀਂ ਪੜ੍ਹਿਆ ਜਾਂਦਾ। ਅੱਜ ਤਾਂ ਘਰ ਘਰ ਅਖਬਾਰ ਆਉਂਦਾ। ਉਦੋਂ ਇਹ ਅਖਬਾਰ ਸੀਮਤ ਮਾਤਰਾ ਵਿੱਚ ਛਪਦੇ ਸਨ ਤੇ ਸਰਕਾਰੀ ਦਰਬਾਰੇ ਪੜ੍ਹੇ ਜਾਂਦੇ ਸਨ ਤੇ ਸਬੂਤ ਦੇ ਆਧਾਰ 'ਤੇ ਵੀ ਇਹਨਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ। ਵੈਸੇ ਅਖਬਾਰਾਂ ਦਾ ਰਿਕਾਰਡ ਤਾਂ ਅੱਜ ਵੀ ਸੰਭਾਲ ਕੇ ਰੱਖਿਆ ਜਾਂਦਾ। ਹੁਣ ਇਹ ਜਿਹੜੀਆਂ ਘਟਨਾਵਾਂ ਸਨ ਸਾਰੀਆਂ ਇਹ ਅਖਬਾਰ ਦੇ ਵਿੱਚ ਵੀ ਛਪਦੀਆਂ ਰਹੀਆਂ ਵੀ ਬੰਦਾ ਸਿੰਘ ਬਹਾਦਰ ਨੇ ਆਹ ਇਲਾਕਾ ਜਿੱਤਿਆ, ਇੱਥੇ ਫਤਿਹ ਪ੍ਰਾਪਤ ਕੀਤੀ। ਹੁਣ ਜਦੋਂ ਇਹ ਸਾਰੀਆਂ ਅਖਬਾਰ ਦੇ ਵਿੱਚ ਖਬਰਾਂ ਇਕੱਠੀਆਂ ਹੋ ਗਈਆਂ ਨਾ ਤੇ ਸਬੂਤ ਦੇ ਆਧਾਰਿਤ ਤੇ ਇਹ ਅਖਬਾਰ ਹੈ ਜਿਹੜੇ ਚਿੱਠੀ ਦੇ ਰੂਪ ਦੇ ਵਿੱਚ ਬਹਾਦਰ ਸ਼ਾਹ ਦੇ ਕੋਲ ਪਹੁੰਚਾਏ ਗਏ ਵੀ ਤੂੰ ਇੱਧਰ ਬਗਾਵਤ ਨੂੰ ਦਬਾਉਣ ਦੇ ਲਈ ਆਇਆ, ਉੱਧਰ ਸਾਰੇ ਪੰਜਾਬ 'ਤੇ ਕਬਜ਼ਾ ਕਰ ਲਿਆ ਬੰਦਾ ਸਿੰਘ ਬਹਾਦਰ ਨੇ, ਰਾਜ ਦੇ ਵਿੱਚ ਰਾਜ ਪੈਦਾ ਕਰ ਲਿਆ। ਉਹਨੇ ਤਾਂ ਆਪਣੇ ਸਿੱਖ ਰਾਜ ਦਾ ਸਿੱਕਾ ਵੀ ਜਾਰੀ ਕਰ ਦਿੱਤਾ ਹੈ, ਉਸਨੇ ਤਾਂ ਮੋਹਰ ਵੀ ਬਣਾ ਲਈ ਹੈ, ਉਸਨੇ ਵਜੀਦ ਖਾਨ ਨੂੰ ਖਤਮ ਕਰ ਦਿੱਤਾ ਹੈ। ਇਹ ਸਾਰੀਆਂ ਖਬਰਾਂ ਜਦੋਂ ਬਹਾਦਰ ਸ਼ਾਹ ਨੇ ਪੜ੍ਹੀਆਂ, ਬਹਾਦਰ ਸ਼ਾਹ ਨੂੰ ਇਹ ਸਾਰੀਆਂ ਘਟਨਾਵਾਂ ਦਾ ਪਤਾ ਚੱਲਦਾ 28 ਅਗਸਤ 1710 ਈਸਵੀ ਨੂੰ। 29 ਅਗਸਤ 1710 ਈਸਵੀ ਨੂੰ ਉਹ ਇੱਕ ਐਲਾਨ ਕਰਦਾ ਹੈ, ਜਿੰਨੇ ਵੀ ਹਿੰਦੂ ਪਰਿਵਾਰ ਹਨ, ਸਨਾਤਨ ਪਰਿਵਾਰ ਦੇ ਨਾਲ ਸੰਬੰਧਿਤ ਰੱਖਦਾ ਕੋਈ ਵੀ ਵਿਅਕਤੀ, ਉਹ ਆਪਣੇ ਸਿਰ 'ਤੇ ਦਸਤਾਰ ਨਹੀਂ ਬੰਨੇਗਾ ਤੇ ਕੇਸ ਦਾੜੀ ਨਹੀਂ ਰੱਖੇਗਾ। ਇਹ ਐਲਾਨ ਕੀਤਾ ਉਸਨੇ। ਇਹ ਐਲਾਨ ਕਿਉਂ ਕੀਤਾ? ਉਹਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਇਹ ਡਰ ਹੈ ਵੀ ਕਿਤੇ ਕੋਈ ਸਿੱਖ ਹੀ ਮੇਰੇ ਦਰਬਾਰ ਦੇ ਵਿੱਚ ਆ ਕੇ ਮੈਨੂੰ ਨਾ ਖਤਮ ਕਰ ਜਾਵੇ। ਉਹਦੇ ਦਰਬਾਰ ਦੇ ਵਿੱਚ ਆਉਂਦੇ ਹੈ ਨਾ ਸਨਾਤਨ ਮੱਤ ਦੇ ਲੋਕ, ਆਪਣੀਆਂ ਮੰਗਾਂ ਲੈ ਕੇ, ਕੋਈ ਕੰਮ ਧੰਦੇ, ਤੇ ਉਹਨਾਂ ਦੀ ਵੀ ਦਸਤਾਰ ਸਜਾਈ ਹੁੰਦੀ ਹੈ, ਕੇਸ ਰੱਖੇ ਹੁੰਦੇ ਆ। ਸਿੱਖ ਵੀ ਦਸਤਾਰ ਸਜਾਉਂਦੇ ਆ, ਕੇਸ ਰੱਖਦੇ ਆ। ਅੰਤਰ ਕੋਈ ਨਹੀਂ ਨਾ ਪਤਾ ਲੱਗਦਾ ਵੀ ਇਹ ਸਨਾਤਨ ਮੱਤ ਨੂੰ ਮੰਨਣ ਵਾਲਾ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲਾ ਹੈ। ਉਹਨੇ ਐਲਾਨ ਕੀਤਾ ਵੀ ਜਿਸ ਨੇ ਮੇਰੇ ਦਰਬਾਰ ਦੇ ਵਿੱਚ ਆਉਣਾ ਹੈ ਜਾਂ ਜਿਹੜੇ ਸਨਾਤਨ ਮੱਤ ਦੇ ਨਾਲ ਸੰਬੰਧ ਰੱਖਦੇ ਹੈ, ਤਾਂ ਕਿ ਉਹਨਾਂ ਵਿੱਚ ਤੇ ਸਿੱਖਾਂ ਦੇ ਵਿੱਚ ਵਖਰੇਵਾਂ ਵਿਖਾਈ ਦੇਵੇ, ਇਸ ਕਰਕੇ ਦਸਤਾਰ ਨਾ ਸਜਾਈ ਜਾਵੇ ਤੇ ਕੇਸ ਨਾ ਰੱਖੇ ਜਾਣ। ਸਨਾਤਨ ਮੱਤ ਦੇ ਵਿੱਚ 1710 ਈਸਵੀ ਤੋਂ ਪਹਿਲਾਂ ਦਸਤਾਰ ਵੀ ਸਜਾਈ ਜਾਂਦੀ ਸੀ ਤੇ ਕੇਸ ਦਾੜੀ ਵੀ ਰੱਖੇ ਜਾਂਦੇ ਸਨ। ਇਹ ਬਹੁਤਾ ਅੰਤਰ ਹੈ ਨਾ ਜਿਹੜਾ ਉਦੋਂ ਪਿਆ ਹੈਗਾ। ਤੇ ਸਾਡੇ ਵਿੱਚ ਜ਼ਿਆਦਾਤਰ ਕੇਸ ਕਟਾਉਣ ਦਾ ਜਿਹੜਾ ਰੁਝਾਨ ਹੈ, ਹੁਣ ਤਾਂ ਸਿੱਖ pariਵਾਰਾਂ ਦੇ ਵਿੱਚ ਵੀ ਸਿੱਖ ਨੌਜਵਾਨ ਕੇਸ ਨਹੀਂ ਰੱਖਦੇ, ਦਸਤਾਰ ਨਹੀਂ ਸਜਾਉਂਦੇ। ਸਾਡੇ 1984 ਤੋਂ ਬਾਅਦ ਪਿਆ ਹੈਗਾ ਇਹ ਪ੍ਰਭਾਵ। 1984 ਦੇ ਵਿੱਚ ਉਦੋਂ ਕੀ ਕੀਤਾ ਹਕੂਮਤ ਨੇ ਵੀ ਭਾਵੇਂ ਕੋਈ ਆਮ ਗੁਰਸਿੱਖ ਹੈ, ਖੇਤੀਬਾੜੀ ਕਰਨ ਵਾਲਾ ਹੈ, ਉਹਦੇ ਕੇਸ ਰੱਖੇ ਹੈ, ਦਸਤਾਰ ਸਜਾਈ ਹੈ, ਖਾੜਕੂ ਕਹਿ ਕੇ ਉਹਦਾ ਐਨਕਾਊਂਟਰ ਕਰ ਦਿੱਤਾ, ਮੁਕਾਬਲਾ ਬਣਾ ਦਿੱਤਾ। ਜਿਹੜੇ ਆਮ ਲੋਕ ਸਨ ਸਿੱਖ ਪਰਿਵਾਰਾਂ ਦੇ, ਉਹਨਾਂ ਨੇ ਕੇਸ ਕਟਵਾ ਦਿੱਤੇ, ਦਸਤਾਰ ਸਜਾਉਣੀ ਬੰਦ ਕਰ ਦਿੱਤੀ ਵੀ ਤਾਂ ਕਿ ਸਾਡਾ ਕਿਤੇ ਮੁਕਾਬਲਾ ਨਾ ਬਣ ਜਾਵੇ ਖਾੜਕੂ ਕਹਿ ਕੇ। ਉਦੋਂ ਤੋਂ ਸਾਡੇ 'ਤੇ ਪ੍ਰਭਾਵ ਜ਼ਿਆਦਾ ਪਿਆ। ਉਦੋਂ ਪਹਿਲਾਂ ਜ਼ਿਆਦਾਤਰ ਕੇਸ ਰੱਖੇ ਜਾਂਦੇ ਸਨ, ਦਸਤਾਰ ਸਜਾਈ ਜਾਂਦੀ ਸੀ। ਸੋ 1710 ਈਸਵੀ ਤੋਂ ਪਹਿਲਾਂ ਸਨਾਤਨ ਮੱਤ ਦੇ ਲੋਕ ਵੀ ਦਸਤਾਰ ਸਜਾਉਂਦੇ ਸਨ, ਕੇਸ ਦਾੜੀ ਰੱਖਦੇ ਸਨ। ਇਸ ਨੇ ਇਹ ਐਲਾਨ ਕੀਤਾ 29 ਅਗਸਤ 1710 ਈਸਵੀ ਨੂੰ। ਹੁਣ ਇਸ ਨੂੰ ਪਤਾ ਚੱਲ ਗਿਆ ਵੀ ਪੰਜਾਬ ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਰਾਜ ਕਾਇਮ ਕਰ ਲਿਆ। ਹੁਣ ਦੂਸਰੇ ਪਾਸੇ ਇੱਕ ਘਟਨਾ ਘਟਦੀ ਹੈ, ਇੱਕ ਨਵਾਂ ਸ਼ਹਿਰ ਦੇ ਨੇੜੇ ਰਾਹੋਂ ਹੈ। ਰਾਹੋਂ ਉਸ ਦਾ ਨਾਮ ਹੈ, ਇਲਾਕੇ ਦਾ, ਸ਼ਹਿਰ ਦਾ, ਨਗਰ ਦਾ। ਉੱਥੋਂ ਦਾ ਰਹਿਣ ਵਾਲਾ ਇੱਕ ਸ਼ਮਸ਼ ਖਾਨ
ਵੈਸੇ ਇਹ ਉਦੋਂ ਰਾਹੋਂ ਹੈ ਜਿਹੜਾ ਜਲੰਧਰ ਦੇ ਵਿੱਚ ਪੈਂਦਾ ਸੀ, ਹੁਣ ਨਵਾਂ ਸ਼ਹਿਰ ਦੇ ਵਿੱਚ ਹੈ। ਇੱਥੇ ਸਿੱਖ ਹਮਲਾ ਕਰਦੇ ਹੈ, ਰਾਹੋਂ ਦੇ ਉੱਪਰ ਜਿੱਤ ਪ੍ਰਾਪਤ ਹੋ ਜਾਂਦੀ ਹੈ ਸਿੱਖਾਂ ਨੂੰ। ਇੱਕ ਵਾਰੀ ਰਾਹੋਂ ਨੂੰ ਜਿੱਤ ਲਿਆ, ਲੇਕਿਨ ਜਲੰਧਰ ਦਾ ਰਹਿਣ ਵਾਲਾ ਸ਼ਮਸ਼ ਖਾਨ, ਇੱਕ ਜੰਮੂ ਦਾ ਰਹਿਣ ਵਾਲਾ ਇਹਦਾ ਸਕਾ ਚਾਚਾ ਵਜੀਦ ਖਾਨ, ਇੱਕ ਹੋਰ ਹਾਕਮ ਹੈ ਕਸੂਰ ਦਾ ਰਹਿਣ ਵਾਲਾ ਉਮਰ ਖਾਨ, ਇਹ ਤਿੰਨੇ ਹੀ ਰਲ ਕੇ ਰਾਹੋਂ ਤੇ ਦੁਬਾਰੇ ਹਮਲਾ ਕਰਦੇ ਆ ਵੀ ਸਿੱਖਾਂ ਨੂੰ ਇਹ ਇਲਾਕਾ ਜਿੱਤਣ ਨਹੀਂ ਦੇਣਾ। ਪਹਿਲਾਂ ਸ਼ਮਸ਼ ਖਾਨ ਹਮਲਾ ਕਰਦਾ ਹੈ, ਸਿੱਖ ਜਦੋਂ ਦੁਬਾਰੇ ਜੰਗ ਕਰਦੇ ਆ ਵੀ ਸਾਥੋਂ ਇਹ ਇਲਾਕਾ ਚੱਲਿਆ ਨਾ ਜਾਵੇ, ਸ਼ਮਸ਼ ਖਾਨ ਦੀ ਫੌਜ ਨੂੰ ਦਬਾਉਂਦੇ ਹੈ। ਜਦੋਂ ਉਹਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਵਜੀਦ ਖਾਨ ਇਹਦਾ ਜਿਹੜਾ ਚਾਚਾ ਹੈਗਾ, ਇਹ ਜੰਮੂ ਤੋਂ ਫੌਜ ਲੈ ਕੇ ਪਹੁੰਚ ਜਾਂਦਾ, ਇਹਦਾ ਮੁਕਾਬਲਾ ਕੀਤਾ ਜਾਂਦਾ। ਆਖਰ ਜਦੋਂ ਇਹਨਾਂ ਨੂੰ ਇੰਜ ਲੱਗਦਾ ਵੀ ਅਸੀਂ ਹਾਰਾਂਗੇ, ਜਾਂ ਸਿੱਖਾਂ ਨੂੰ ਵੀ ਲੱਗਦਾ ਵੀ ਅਸੀਂ ਇਹਨਾਂ ਨੂੰ ਹਰਾ ਦੇਣਾ, ਉਦੋਂ ਉਮਰ ਖਾਨ ਪਹੁੰਚ ਜਾਂਦਾ ਕਸੂਰ ਤੋਂ ਫੌਜ ਲੈ ਕੇ। ਹੁਣ ਇੱਕ ਪਾਸੇ 3 ਹਾਕਮਾਂ ਦੀ ਫੌਜ ਹੈ, ਹਥਿਆਰ ਚੰਗੇ ਹੈ, ਉਹਨਾਂ ਨੂੰ ਆਰਾਮ ਕਰਨ ਦਾ ਸਮਾਂ ਵੀ ਮਿਲ ਜਾਂਦਾ ਜੰਗ ਦੇ ਵਿੱਚ, ਫੌਜ ਜ਼ਿਆਦਾ। ਹੁਣ ਸਿੱਖ ਗਿਣਤੀ ਵਿੱਚ ਵੀ ਥੋੜ੍ਹੇ ਹੈ ਤੇ ਹਥਿਆਰ ਵੀ ਕੋਈ ਬਹੁਤੇ ਚੰਗੇ ਨਹੀਂ, ਆਰਾਮ ਕਰਨ ਦਾ ਸਮਾਂ ਵੀ ਨਹੀਂ ਮਿਲ ਰਿਹਾ। ਆਖਰ ਸਿੱਖ ਹੈ ਜਿਹੜੇ ਉਹ ਜੰਗ ਹਾਰ ਜਾਂਦੇ ਹੈ। ਇੱਥੋਂ ਤੱਕ ਜੰਗਾਂ ਜਿਹੜੀਆਂ ਉਹ ਸਿੱਖਾਂ ਨੇ ਜਿੱਤੀਆਂ, ਇਹ ਪਹਿਲੀ ਜੰਗ ਹੈ ਜਿਹੜੀ ਸਿੱਖ ਹਾਰ ਗਏ ਹੈ। ਸਿੱਖਾਂ ਨੂੰ ਉਹ ਰਾਹੋਂ ਦਾ ਇਲਾਕਾ ਛੱਡਣਾ ਪਿਆ ਇਸ ਕਰਕੇ, ਕਿਉਂਕਿ ਹਾਰ ਗਏ। ਹਥਿਆਰ ਕੋਈ ਬਹੁਤੇ ਚੰਗੇ ਨਹੀਂ, ਭੋਜਨ ਕੋਈ ਬਹੁਤਾ ਚੰਗਾ ਨਹੀਂ ਮਿਲ ਰਿਹਾ, ਆਰਾਮ ਕਰਨ ਦਾ ਸਮਾਂ ਨਹੀਂ ਮਿਲ ਰਿਹਾ, ਗਿਣਤੀ ਬਹੁਤ ਥੋੜ੍ਹੀ ਹੈ, ਦੂਜੇ ਪਾਸੇ ਤਾਕਤ ਵੱਡੀ ਹੈ, ਆਰਾਮ ਕਰਨ ਦਾ ਸਮਾਂ ਮਿਲਦਾ, ਭੋਜਨ ਦਾ ਕੋਈ ਥੋੜ ਨਹੀਂ ਹੈਗੀ, ਸਾਰੀਆਂ ਸੁੱਖ ਸਹੂਲਤਾਂ। ਜਦੋਂ ਰਾਹੋਂ ਦੇ ਉੱਪਰ ਕਬਜ਼ਾ ਕਰ ਲਿਆ ਨਾ, ਸ਼ਮਸ਼ ਖਾਨ ਨੇ ਸੋਚਿਆ ਵੀ ਜਦੋਂ ਆਪਾਂ ਰਾਹੋਂ ਨੂੰ ਛਡਵਾ ਸਕਦੇ ਹਾਂ ਸਿੱਖਾਂ ਦੇ ਕੋਲੋਂ, ਜਿੰਨੇ ਸਿੱਖਾਂ ਨੇ ਇਲਾਕੇ ਜਿੱਤੇ ਆ ਆਪਾਂ ਉਹਨਾਂ ਨੂੰ ਦੁਬਾਰੇ ਹਰਾ ਕੇ ਜਿੱਤ ਸਕਦੇ ਆ, ਆਪਣੇ ਅਧੀਨ ਕਰ ਸਕਦੇ ਆ। ਹੌਸਲਾ ਪੈ ਗਿਆ ਜੰਗ ਜਿੱਤਣ ਤੋਂ ਬਾਅਦ। ਤੇ ਦੂਸਰੀ ਗੱਲ ਇਹ ਵੀ ਹੈ ਵੀ ਜਦੋਂ ਬੰਦਾ ਸਿੰਘ ਬਹਾਦਰ ਆਉਂਦਾ ਪੰਜਾਬ ਦੇ ਵਿੱਚ, ਉਦੋਂ ਜਿੰਨੇ ਹਾਕਮ ਨੇ ਉਹ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਖਿੰਡੇ ਬੈਠੇ ਐ। ਸੰਢੌਰੇ ਦੇ ਵਿੱਚ ਹਾਕਮ ਹੋਰ ਨੇ, ਕਢਾਮ ਦੇ ਵਿੱਚ ਹੋਰ ਹੈ, ਕੁੰਚਪੁਰੇ ਵਿੱਚ ਹੋਰ ਹੈ, ਐਂ ਖਿੰਡੇ ਬੈਠੇ ਐ। ਉਹ ਖਿੰਡੇ ਹੋਇਆਂ ਨੂੰ ਸਿੱਖ ਇਕੱਠੇ ਐ, ਏਕਤੇ ਵਿੱਚ ਐ, ਹਰਾਉਂਦੇ ਗਏ, ਇਲਾਕੇ ਜਿੱਤਦੇ ਗਏ। ਹੁਣ ਜਿਹੜੇ ਸਿੱਖਾਂ ਨੇ ਇਲਾਕੇ ਜਿੱਤ ਲਏ ਐ, ਸਿੱਖ ਖਿੰਡ ਕੇ ਬੈਠ ਗਏ ਐ। ਹੁਣ ਕੁਝ ਨੂੰ ਸੰਢੌਰੇ ਦੇ ਵਿੱਚ ਬਿਠਾਇਆ ਹੋਇਆ ਸਿੱਖਾਂ ਨੂੰ, ਉੱਥੋਂ ਦੇ ਮੁਖੀ ਬਣਾ ਕੇ ਵੀ ਇੱਥੋਂ ਦਾ ਪ੍ਰਬੰਧ ਵਧੀਆ ਚਲਾਓ। ਕੁਝ ਕੁੰਚਪੁਰੇ ਵਿੱਚ ਬੈਠੇ ਐ, ਕੁਝ ਸਰਹਿੰਦ ਵਿੱਚ ਬੈਠੇ ਐ, ਘੁੜਾਮ ਦੇ ਵਿੱਚ ਬੈਠੇ। ਹੁਣ ਸਿੱਖ ਖਿੰਡੇ ਹੋਏ ਐ ਤੇ ਬਹਾਦਰ ਸ਼ਾਹ ਨੇ ਹੁਕਮ ਕੀਤਾ ਵੀ ਜਿੰਨੇ ਤੁਸੀਂ ਹਾਕਮ ਹੋ ਨਾ, ਸਾਰੇ ਇਕੱਠੇ ਹੋ ਜਾਓ ਜੇ ਜਿੱਤ ਪ੍ਰਾਪਤ ਕਰਨੀ ਹੈ। ਹੁਣ ਸਿੱਖ ਖਿੰਡ ਗਏ ਹੈ, ਵੱਖ-ਵੱਖ ਇਲਾਕਿਆਂ ਦੇ ਵਿੱਚ ਤਾਕਤ ਘਟ ਗਈ ਹੈ ਤੇ ਦੂਸਰੇ ਪਾਸੇ ਹਾਕਮ ਇਕੱਠੇ ਹੋ ਗਏ ਹੈ। ਜਿਹੜੇ ਹਾਰੇ ਹੋਏ ਆ ਸਾਰੇ ਇਕੱਠੇ ਹੋ ਗਏ ਹੈ ਵੀ ਹੁਣ ਰਲ ਕੇ ਹੀ ਇਹਨਾਂ ਨੂੰ ਹਰਾਇਆ ਜਾ ਸਕਦਾ। ਇਹ ਸ਼ਮਸ਼ ਖਾਨ, ਵਜੀਦ ਖਾਨ ਤੇ ਉਮਰ ਖਾਨ ਨੇ ਸੋਚਿਆ ਵੀ ਜਦੋਂ ਆਪਾਂ ਇਹ ਇਲਾਕਾ ਜਿੱਤ ਸਕਦੇ ਹਾਂ ਤੇ ਆਪਾਂ ਬਾਕੀ ਦੇ ਇਲਾਕੇ ਵੀ ਜਿੱਤ ਸਕਦੇ ਹਾਂ। ਉਹਨਾਂ ਨੇ ਇਹ ਫੈਸਲਾ ਕੀਤਾ ਸਾਨੂੰ ਸਰਹਿੰਦ ਤੇ ਹਮਲਾ ਕਰਨਾ ਚਾਹੀਦਾ। ਇਹਨਾਂ ਨੇ ਕੀ ਕੀਤਾ, ਮਾਛੀਵਾੜੇ ਵਿੱਚ ਦੀ ਹੋ ਕੇ ਇਹ ਸਰਹਿੰਦ ਪਹੁੰਚੇ ਹੈ ਤੇ ਸਰਹਿੰਦ ਨੂੰ ਇਹਨਾਂ ਨੇ ਘੇਰਾ ਪਾ ਲਿਆ। ਹੁਣ ਕਮਾਲ ਦੀ ਗੱਲ ਇਹ ਹੈ ਵੀ ਜਦੋਂ ਇਹ ਸਰਹਿੰਦ ਵੱਲ ਆਏ ਹੈ, ਜਿਹੜਾ ਇਲਾਕਾ ਜਿੱਤ ਕੇ ਆਇਆ ਉੱਥੇ ਕੋਈ ਵੀ ਨਹੀਂ ਹੈ ਰਾਹੋਂ ਦੇ ਵਿੱਚ। ਇਹ ਸਾਰੀ ਫੌਜ ਲੈ ਕੇ ਸਰਹਿੰਦ ਵੱਲ ਆ ਗਏ। ਬਾਅਦ ਵਿੱਚ ਜਿਹੜੇ ਸਿੱਖ ਸਨ ਉਹਨਾਂ ਨੇ ਰਾਹੋਂ ਤੇ ਫੇਰ ਆਪਣਾ ਕਬਜ਼ਾ ਕਰ ਲਿਆ। ਦੁਬਾਰੇ ਆ ਗਏ ਸਿੱਖ, ਕੇਰਾਂ ਚਲੇ ਗਏ।
ਰਾਹੋਂ ਦੇ ਵਿੱਚ ਜਦੋਂ ਫੌਜ ਹੀ ਕੋਈ ਨਹੀਂ, ਹਾਕਮ ਕੋਈ ਨਹੀਂ, ਉਹਨਾਂ ਨੇ ਦੁਬਾਰੇ ਫੇਰ ਰਾਹੋਂ 'ਤੇ ਜਿੱਤ ਪ੍ਰਾਪਤ ਕਰ ਲਈ। ਹੁਣ ਜਿਹੜੇ ਰਾਹੋਂ ਦੇ ਵਿੱਚ ਅਮੀਰ ਪਰਿਵਾਰ ਰਹਿੰਦੇ ਸੀ ਨਾ, ਉਹਨਾਂ ਨੇ ਸੋਚਿਆ ਵੀ ਇੱਥੇ ਤਾਂ ਇਹੀ ਕੁਝ ਚੱਲਣਾ ਹੈ, ਇੱਥੇ ਤਾਂ ਜੰਗਾਂ ਹੀ ਹੋਣਗੀਆਂ ਇਸ ਸ਼ਹਿਰ ਦੀ ਖਾਤਰ, ਇਲਾਕੇ ਦੀ ਖਾਤਰ, ਵੀ ਕਿਤੇ ਹਾਕਮ ਆ ਕੇ ਉਹ ਸਿੱਖਾਂ ਨੂੰ ਹਰਾ ਦਿਆ ਕਰਨਗੇ, ਕਦੇ ਸਿੱਖ ਆ ਕੇ ਉਹਨਾਂ ਨੂੰ ਹਰਾ ਦਿਆ ਕਰਨਗੇ, ਅਤੇ ਨੁਕਸਾਨ ਸਾਡਾ ਹੋਣਾ, ਆਮ ਲੋਕਾਂ ਦਾ, ਸਾਡੇ ਪਰਿਵਾਰਾਂ ਦਾ ਨੁਕਸਾਨ ਹੋਵੇਗਾ, ਧਨ ਦੌਲਤ ਦਾ ਨੁਕਸਾਨ ਹੋਵੇਗਾ। ਉਹ ਸਾਰੇ ਅਮੀਰ ਲੋਕਾਂ ਨੇ ਕੀ ਕੀਤਾ ਨਾ, ਉਹ ਰਾਹੋਂ ਨੂੰ ਛੱਡ ਕੇ ਇੱਕ ਨਵਾਂ ਨਗਰ ਵਸਾ ਲਿਆ, ਨੌਸ਼ਹਿਰਾ। ਥੋੜ੍ਹੀ ਜਿਹੀ ਦੂਰੀ 'ਤੇ ਜਾ ਕੇ ਇੱਕ ਆਪਣਾ ਨਵਾਂ ਹੀ ਨਗਰ ਵਸਾ ਲਿਆ ਵੀ ਆਪਾਂ ਇੱਥੇ ਰਹੋ, ਨੌਸ਼ਹਿਰਾ। ਅਤੇ ਬਾਅਦ ਦੇ ਵਿੱਚ ਇਹ ਨੌਸ਼ਹਿਰੇ ਦਾ ਨਾਮ ਬਦਲਦਿਆਂ ਬਦਲਦਿਆਂ ਨਵਾਂ ਸ਼ਹਿਰ ਪੈ ਗਿਆ। ਅੱਜ ਨਵਾਂ ਸ਼ਹਿਰ ਹੈ ਨਾ ਪੰਜਾਬ ਦੇ ਵਿੱਚ, ਨਵਾਂ ਸ਼ਹਿਰ ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ। ਉਹ ਇਸ ਸਮੇਂ ਬਣਿਆ 1710 ਈਸਵੀ ਦੇ ਵਿੱਚ। ਉਹ ਨਗਰ ਅਮੀਰ ਲੋਕਾਂ ਨੇ ਵਸਾਇਆ ਸੀ, ਉਹਦਾ ਨਾਮ ਪਹਿਲਾਂ ਨੌਸ਼ਹਿਰ ਜਾਂ ਨੌਸ਼ਹਿਰਾ, ਫਿਰ ਨਵਾਂ ਸ਼ਹਿਰ। ਇਹ ਉਦੋਂ ਹੋਂਦ ਦੇ ਵਿੱਚ ਆਇਆ ਇਹ ਸ਼ਹਿਰ। ਸੋ ਖੈਰ ਇਹਨਾਂ ਨੇ ਕੀ ਕੀਤਾ, ਜਲੰਧਰ ਦਾ ਜੋ ਰਹਿਣ ਵਾਲਾ ਹੈ ਸ਼ਮਸ਼ ਖਾਨ, ਵਜੀਦ ਖਾਨ, ਇਹਨਾਂ ਨੇ ਸਰਹਿੰਦ ਦੇ ਉੱਪਰ ਹਮਲਾ ਕਰਕੇ ਸਰਹਿੰਦ ਨੂੰ ਜਿੱਤ ਲਿਆ। ਅਤੇ ਉਸ ਸਮੇਂ ਦੋ ਗੁਰਸਿੱਖ ਹੈ ਜਿਹੜੇ ਉਹ ਬਹੁਤ ਹੀ ਬਹਾਦਰੀ ਦੇ ਨਾਲ ਲੜੇ ਹੈ, ਇੱਕ ਸੁੱਖਾ ਸਿੰਘ ਅਤੇ ਇੱਕ ਸ਼ਾਮ ਸਿੰਘ। ਸੁੱਖਾ ਸਿੰਘ ਦੇ ਨਾਮ 'ਤੇ ਗੁਰਦੁਆਰਾ ਅੱਜ ਵੀ ਹੈ। ਜਦੋਂ ਅਸੀਂ ਫਤਿਹਗੜ੍ਹ ਸਾਹਿਬ ਤੋਂ ਮੋਰਿੰਡੇ ਨੂੰ ਜਾਂਦੇ ਹਾਂ, ਰਸਤੇ ਦੇ ਵਿੱਚ ਇਹਦੇ ਨਾਮ 'ਤੇ ਗੁਰਦੁਆਰਾ ਆਉਂਦਾ, ਰੋਡ ਤੋਂ ਪਿੱਛੇ ਹਟਵਾਂ 2-3 ਕਿੱਲਿਆਂ ਦੀ ਵਾਹੀ 'ਤੇ ਇਹਦੇ ਨਾਮ 'ਤੇ ਵਸਿਆ ਹੋਇਆ, ਕਿਉਂਕਿ ਇਹ ਇਸ ਸਰਹਿੰਦ ਦੇ ਵਿੱਚ ਬਹੁਤ ਬਹਾਦਰੀ ਦੇ ਨਾਲ ਲੜਿਆ ਸੀ ਦੁਸ਼ਮਣ ਦੀ ਫੌਜ ਦੇ ਨਾਲ। ਅਤੇ ਇੱਥੇ ਜਦੋਂ ਹਮਲਾ ਕੀਤਾ ਉਦੋਂ ਬੰਦਾ ਸਿੰਘ ਬਹਾਦਰ ਇੱਥੇ ਨਹੀਂ ਹੈ, ਉਹ ਲੋਹਗੜ੍ਹ ਦੇ ਕਿਲੇ ਦੇ ਵਿੱਚ ਹੈ। ਬੰਦਾ ਸਿੰਘ ਬਹਾਦਰ ਨਹੀਂ ਸੀ ਉਸ ਸਮੇਂ ਜਦੋਂ ਇਹ ਹਮਲਾ ਹੋਇਆ। ਅਤੇ ਇੱਥੋਂ ਦੇ ਮੁਖੀ ਸਨ ਬਾਜ ਸਿੰਘ ਬਘੇਸਰੀ ਅਤੇ ਮਾਲੀ ਸਿੰਘ, ਇਹ ਇੱਥੋਂ ਦੇ ਮੁਖੀ ਸਨ। ਪਰ ਸਰਹਿੰਦ 'ਤੇ ਕਬਜ਼ਾ ਕਰ ਲਿਆ ਇਸ ਫੌਜ ਨੇ, ਸਿੱਖਾਂ ਦੇ ਕੋਲੋਂ ਇਹ ਸਰਹਿੰਦ ਵੀ ਜਾਂਦੀ ਰਹੀ। ਦੂਸਰੇ ਪਾਸੇ ਬਹਾਦਰ ਸ਼ਾਹ, ਦਿੱਲੀ ਦਾ ਬਾਦਸ਼ਾਹ, ਉਹਨੇ 80,000 ਫੌਜ, ਇੰਨੀ ਵੱਡੀ ਫੌਜ ਹੈਗੀ, 80,000 ਗਿਣਤੀ ਹੈ ਸਿਪਾਹੀਆਂ ਦੀ। ਉਦੋਂ ਇਹ ਪੜ੍ਹਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਵੀ ਦਿੱਲੀ ਦੇ ਕੋਲ ਸਾਰੀ ਜਿਹੜੀ ਫੌਜ ਸੀ ਉਹਦੀ ਗਿਣਤੀ 1.25 ਲੱਖ ਸੀ। 1.25 ਲੱਖ ਗਿਣਤੀ ਦਾ ਬੰਦਾ ਸੀ ਫੌਜ ਦਾ ਦਿੱਲੀ ਦੇ ਵਿੱਚ। ਪਰ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਦੇ ਲਈ ਜਾਂ ਪੰਜਾਬ ਦੇ ਵਿੱਚ ਦੁਬਾਰੇ ਆਪਣਾ ਰਾਜ ਸਥਾਪਿਤ ਕਰਨ ਦੇ ਲਈ ਬਹਾਦਰ ਸ਼ਾਹ ਨੇ 80,000 ਗਿਣਤੀ ਦੇ ਵਿੱਚ ਫੌਜ ਦਾ ਬੰਦਾ ਲਿਆ ਅਤੇ ਪੰਜਾਬ ਵੱਲ ਨੂੰ ਉਹ ਤੁਰਿਆ ਹੈਗਾ। ਇਹ ਬੰਦਾ ਸਿੰਘ ਬਹਾਦਰ ਨੇ ਇੰਨੀ ਕੁ ਬਹਾਦਰੀ ਵਿਖਾਈ ਹੈ, ਇੰਨੀ ਕੁ ਕੁਰਬਾਨੀ ਕੀਤੀ ਹੈ, ਇੰਨੀਆਂ ਕੁ ਜਿੱਤਾਂ ਪ੍ਰਾਪਤ ਕੀਤੀਆਂ ਵੀ ਬਹਾਦਰ ਸ਼ਾਹ ਜਦੋਂ ਆ ਰਿਹਾ ਨਾ ਬੰਦਾ ਸਿੰਘ ਬਹਾਦਰ ਦੇ ਨਾਲ ਮੁਕਾਬਲਾ ਕਰਨ, ਅਤੇ ਉਹ ਪਿੱਛੇ ਥੋੜ੍ਹੀ ਫੌਜ ਹੀ ਛੱਡ ਕੇ ਆਇਆ ਦਿੱਲੀ ਦੇ ਵਿੱਚ। ਫੌਜ ਦੀ ਬਹੁਤੀ ਵੱਡੀ ਗਿਣਤੀ ਉਹ ਨਾਲ ਲੈ ਕੇ ਆਇਆ, 80,000 ਫੌਜ ਲੈ ਕੇ ਤੁਰਿਆ ਉਹ ਬੰਦਾ ਸਿੰਘ ਬਹਾਦਰ ਨੂੰ ਖਤਮ ਕਰਨ ਦੇ ਲਈ। ਅਤੇ ਕਰਨਾਲ ਦੇ ਨੇੜੇ ਤਰਾਵੜੀ ਹੈ, ਤਰਾਵੜੀ ਦੇ ਵਿੱਚ ਸਿੱਖਾਂ ਦੀ ਜੰਗ ਹੁੰਦੀ ਹੈ ਬਹਾਦਰ ਸ਼ਾਹ ਦੀ ਫੌਜ ਦੇ ਨਾਲ। ਹੁਣ ਇੱਕ ਪਾਸੇ ਬਹੁਤ ਵੱਡੀ ਤਾਕਤ ਹੈ, 80,000 ਫੌਜ ਦਾ ਬੰਦਾ ਹੈ, ਬਹਾਦਰ ਸ਼ਾਹ ਹੈ, ਹੋਰ ਬਾਕੀ ਕਿੰਨੇ ਜ਼ਿਆਦਾ ਹਾਕਮ ਨੇ, ਚੰਗੇ ਚੰਗੇ ਹਥਿਆਰ ਹੈ ਉਹਨਾਂ ਦੇ ਕੋਲ। ਅਤੇ ਦੂਸਰੇ ਪਾਸੇ ਸਿੱਖਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ ਅਤੇ ਬਹੁਤ ਜ਼ਿਆਦਾ ਕੋਈ ਚੰਗੇ ਹਥਿਆਰ ਵੀ ਨਹੀਂ ਹਨ, ਸੀਮਤ ਮਾਤਰਾ ਵਿੱਚ ਹਥਿਆਰ ਨੇ, ਕੋਈ ਧਨ ਦੌਲਤ ਨਹੀਂ, ਕੋਈ ਸਿੱਖਾਂ ਨੇ ਆਰਾਮ ਨਹੀਂ ਕੀਤਾ, ਜੰਗਾਂ ਦੇ ਵਿੱਚ ਹੀ ਸਮਾਂ ਲੰਘ ਰਿਹਾ, ਕੋਈ ਬਹੁਤਾ ਖਾਣ ਪੀਣ ਦਾ ਪ੍ਰਬੰਧ ਵੀ ਨਹੀਂ।
ਪਰ ਕਰਨਾਲ ਦੇ ਨੇੜੇ ਤਰਾਵੜੀ ਦੇ ਅਸਥਾਨ ਤੇ ਜੰਗ ਹੁੰਦੀ ਹੈ ਬਹਾਦਰ ਸ਼ਾਹ ਦੇ ਨਾਲ ਸਿੱਖਾਂ ਦੀ। ਇਹ ਤਰਾਵੜੀ ਉਹੀ ਇਲਾਕਾ ਹੈ ਜਿੱਥੇ ਭਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਲੈ ਕੇ ਪਹਿਲੀ ਵਾਰ ਕਿਤੇ ਰੁਕ ਕੇ ਆਰਾਮ ਕਰਦਾ ਨਾ, ਉਹ ਤਰਾਵੜੀ ਦੇ ਅਸਥਾਨ ਤੇ ਕਰਦਾ। ਦਿੱਲੀ ਤੋਂ ਚੱਲ ਕੇ ਪਹਿਲੀ ਵਾਰ ਭਾਈ ਜੈਤਾ ਤਰਾਵੜੀ ਵਿਖੇ ਰੁਕਿਆ ਸੀ। ਇਸ ਜਗ੍ਹਾ ਤੇ ਜੰਗ ਹੁੰਦੀ ਹੈ। ਹੁਣ ਇੱਕ ਪਾਸੇ ਬਹੁਤ ਜ਼ਿਆਦਾ ਫੌਜ ਹੈ, ਇੱਕ ਪਾਸੇ ਸੀਮਤ ਮਾਤਰਾ ਵਿੱਚ ਹਨ ਸਿੱਖ। ਆਖਰ ਸਿੱਖ ਹੈ ਜਿਹੜੇ ਉਹ ਜੰਗ ਹਾਰ ਜਾਂਦੇ ਆ। ਦੂਸਰੇ ਪਾਸੇ ਤਾਕਤ ਵੱਡੀ ਹੈ। ਹੁਣ ਜਦੋਂ ਇਸ ਤਰ੍ਹਾਂ ਬਹਾਦਰ ਸ਼ਾਹ ਚੱਲੇ ਆ ਨਾ ਆਪਣੀ ਫੌਜ ਲੈ ਕੇ, ਤੇ ਉਹ ਫਿਰ ਸਾਰੇ ਹੀ ਇਲਾਕੇ ਜਿੱਤਦਾ ਆਇਆ। ਸਿੱਖਾਂ ਦੇ ਕੋਲੋਂ ਸੰਢੌਰਾ ਵੀ ਚਲਿਆ ਗਿਆ, ਸ਼ਾਹਬਾਦ ਵੀ ਚਲਿਆ ਗਿਆ, ਘੁੜਾਮ ਵੀ ਚਲਿਆ ਗਿਆ। ਜਿੰਨੇ ਇਲਾਕੇ ਸਿੱਖਾਂ ਨੇ ਜਿੱਤੇ ਸਨ ਸਾਰੇ ਹੀ ਇਲਾਕੇ ਸਿੱਖ ਹਾਰ ਗਏ ਜਦੋਂ ਦਿੱਲੀ ਤੋਂ ਫੌਜ ਆਈ ਹੈ ਬਹਾਦਰ ਸ਼ਾਹ ਦੀ ਅਗਵਾਈ ਦੇ ਵਿੱਚ। ਤੇ ਬੰਦਾ ਸਿੰਘ ਬਹਾਦਰ ਹੈ ਜਿਹੜਾ ਉਹ ਲੋਹਗੜ੍ਹ ਦੇ ਕਿਲੇ ਦੇ ਵਿੱਚ ਹੈ। ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਵਿਚਾਰਾਂਗੇ ਕਿ ਕਿਵੇਂ ਦੁਬਾਰੇ ਫਿਰ ਇਹਨਾਂ ਇਲਾਕਿਆਂ ਨੂੰ ਜਿੱਤਿਆ ਜਾਂਦਾ ਅਤੇ ਕਿਵੇਂ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਘੇਰਾ ਪੈਂਦਾ, ਉੱਥੋਂ ਗ੍ਰਿਫਤਾਰ ਕੀਤਾ ਜਾਂਦਾ, ਸ਼ਹੀਦ ਕੀਤਾ ਜਾਂਦਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵਿਚਾਰ ਕਰਾਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।